Hello, dear students. Today we will start chapter 7 sorting materials into groups. So, as the topic says, sorting, beta sorting means ਚੀਜ਼ਾਂ ਨੂੰ ਅਲੱਗ-ਅਲੱਗ ਗਰੁੱਪਸ ਦੇ ਵਿੱਚ ਰੱਖਣਾ, ਛਟਾਈ ਕਰਨਾ ਕਹਿ ਸਕਦੇ ਹਾਂ ਅਸੀਂ। ਗਰੁੱਪਸ ਦੇ ਵਿੱਚ ਉਹਨਾਂ ਦੇ ਬੇਸਿਸ ਤੇ ਕਰਦੇ ਹਾਂ ਅਸੀਂ ਸੈਪਰੇਟ, ਜਿਵੇਂ ਜਿਸ ਤਰ੍ਹਾਂ ਦੀ ਲੋੜ ਹੋਵੇ ਉਸ ਤਰ੍ਹਾਂ ਰੱਖ ਸਕਦੇ ਹਾਂ। ਗਰੁੱਪਸ ਵਿੱਚ ਅਸੀਂ ਡਿਫਰੈਂਟ ਪਲੇਸਿਸ ਤੇ ਰੱਖ ਸਕਦੇ ਹਾਂ, ਉਹਨਾਂ ਦੀ ਅਪੀਅਰੈਂਸ ਦੇ ਬੇਸ ਤੇ ਰੱਖ ਸਕਦੇ ਹਾਂ ਕਿ ਉਹ ਕਿਵੇਂ ਦੇ ਲੱਗਦੇ ਹੈ। ਗਰੁੱਪਿੰਗ ਜਿਹੜੀ ਹੈ ਬਹੁਤ ਤਰੀਕੇ ਦੇ ਨਾਲ ਹੋ ਸਕਦੀ ਹੈ। ਤੁਸੀਂ ਆਪਣੇ ਯੂਜ਼ ਦੇ ਹਿਸਾਬ ਦੇ ਨਾਲ ਵੀ ਤੁਸੀਂ ਗਰੁੱਪਿੰਗ ਕਰ ਸਕਦੇ ਹੋ। ਜਿਵੇਂ ਜਦੋਂ ਤੁਸੀਂ ਬੇਟਾ ਸਕੂਲ ਆਉਣਾ ਹੁੰਦਾ ਹੈ ਤਾਂ ਤੁਹਾਨੂੰ ਲੰਚ ਬਾਕਸ ਐਂਡ ਵਾਟਰ ਬੋਟਲ ਚਾਹੀਦੀ ਹੁੰਦੀ ਹੈ, ਤਾਂ ਤੁਸੀਂ ਉਹ ਕਿੱਥੋਂ ਮਿਲੇਗੀ ਤੁਹਾਨੂੰ? ਤੁਹਾਨੂੰ ਪਤਾ ਹੈ ਕਿ ਉਹ ਕਿਚਨ ਦੇ ਵਿੱਚ ਇੱਕ ਜਗ੍ਹਾ ਹੈ ਜਿੱਥੇ ਰੱਖੀ ਹੋਈ ਹੈ, ਠੀਕ ਹੈ, ਤਾਂ ਉੱਥੋਂ ਜਾ ਕੇ ਤੁਸੀਂ ਲੈ ਲਓਗੇ। ਇਹ ਤਾਂ ਹੈ ਨਹੀਂ ਕਿ ਤੁਸੀਂ ਵਾਟਰ ਬੋਟਲ ਐਂਡ ਲੰਚ ਬਾਕਸ ਤੁਸੀਂ ਕਿਸੇ ਹੋਰ ਜਗ੍ਹਾ ਤੋਂ ਜਾਂ ਬਾਥਰੂਮ ਦੇ ਵਿੱਚੋਂ ਜਾਂ ਸ਼ੈਲਫ ਤੋਂ ਚੱਕਣ ਜਾਓਗੇ, ਤਾਂ ਯੂ ਵਿਲ straightway go to the kitchen to get your lunch box and the water bottle. ਸੋ ਇਸੇ ਤਰ੍ਹਾਂ ਹੀ ਤੁਹਾਡੇ ਆਲੇ ਦੁਆਲੇ ਹੈ ਕਾਫੀ ਚੀਜ਼ਾਂ, ਜਿਵੇਂ ਤੁਹਾਡੇ ਟॉयਜ਼ ਹੈ, ਤੁਹਾਡੀਆਂ ਬੁੱਕਸ ਹੈ, ਤੁਹਾਡੇ ਕਲੋਥਸ ਹੈ। ਤੁਸੀਂ ਯੂਨੀਫਾਰਮ ਸਕੂਲ ਤੋਂ ਜਾ ਕੇ ਉਤਾਰਦੇ ਹੋ, ਉੱਥੇ ਰੱਖਦੇ ਹੋ, ਕਿੱਥੇ ਰੱਖਦੇ ਹੋ ਤੁਸੀਂ? ਕੀ ਤੁਸੀਂ ਫਲੋਰ ਤੇ ਸੁੱਟ ਦਿੰਦੇ ਹੋ ਯੂਨੀਫਾਰਮ, ਜਾਂ ਉਹਦੇ ਲਈ ਕੋਈ ਡੈਜ਼ਿਗਨੇਟਿਡ ਹੈ ਜਗ੍ਹਾ? ਤਾਂ ਜਦੋਂ ਤੁਹਾਡੇ ਮਦਰ ਕਹਿੰਦੇ ਆ ਕਿ ਪੁੱਟ ਯੋਰ ਥਿੰਗਸ ਇਨ ਦਾ ਪਲੇਸ, ਤਾਂ ਪ੍ਰੋਪਰ ਪਲੇਸ ਕਿਹੜੀ ਹੋਏਗੀ? ਤੁਸੀਂ ਯੂਨੀਫਾਰਮ ਆਪਣੇ ਕਬੋਰਡ ਵਿੱਚ, ਜਾਂ ਅਗਰ ਤੁਸੀਂ ਵਾਸ਼ ਕਰਨੀ ਹੈ ਤਾਂ ਵਾਸ਼ਿੰਗ ਲਈ ਇੱਕ ਜਗ੍ਹਾ ਰੱਖੀ ਹੈ ਜਿੱਥੇ ਮਮਾ ਕੱਪੜੇ ਲਾਂਡਰੀ ਰੱਖਦੇ ਆ ਵਾਸ਼ ਕਰਨ ਵਾਸਤੇ, ਤੁਸੀਂ ਉੱਥੇ ਰੱਖ ਦੋਗੇ ਗੰਦੇ ਕੱਪੜੇ। ਸਾਫ਼ ਕੱਪੜੇ ਤੁਸੀਂ ਆਪਣੇ ਕਬੋਰਡ ਵਿੱਚ ਰੱਖੋਗੇ। ਐਂਡ ਇਸੇ ਤਰ੍ਹਾਂ ਹੀ ਆਪਣਾ ਲੰਚ ਬਾਕਸ ਖਾਲੀ ਹੋਰ ਬੋਟਲ ਸਿੰਕ ਦੇ ਵਿੱਚ ਕਿਚਨ 'ਚ ਜਾ ਕੇ ਰੱਖੋਗੇ। ਸੋ ਦੇਅਰ ਇਜ਼ ਅ ਪ੍ਰੋਪਰ ਪਲੇਸ ਫॉर ਐਵਰੀਥਿੰਗ ਡੈਜ਼ਿਗਨੇਟਿਡ, ਜਿੱਥੇ ਕਿ ਤੁਸੀਂ ਰੱਖ ਸਕਦੇ ਹੋ ਚੀਜ਼ਾਂ। ਤਾਂ ਫॉर ਐਗਜ਼ਾਮਪਲ ਤੁਸੀਂ ਸ਼ੂਜ਼ ਆਪਣੇ ਸ਼ੂ ਰੈਕ ਵਿੱਚ ਰੱਖਦੇ ਹੋ, ਐਂਡ ਉਸ ਤੋਂ ਬਾਅਦ ਤੁਸੀਂ ਕਿਚਨ ਦੇ ਵਿੱਚ ਦੇਖਦੇ ਹੋ, ਆਪਣੇ ਮਦਰ ਨੂੰ ਕੰਮ ਕਰਦੇ ਦੇਖਿਆ ਹੈ ਕਿ ਸਪੂਨਸ ਵਾਸਤੇ ਇੱਕ ਸੈਪਰੇਟ ਸਟੈਂਡ ਬਣਿਆ ਹੋਇਆ ਹੈ, ਪਲੇਟਸ ਰੱਖਣ ਵਾਸਤੇ ਇੱਕ ਸੈਪਰੇਟ ਸਟੈਂਡ ਹੈ, ਔਰ ਐਵਰੀਥਿੰਗ ਜਿਹੜੀ ਹੈ ਦੈਟ ਇਜ਼ ਕੈਪਟ ਇਨ ਦਾ ਪ੍ਰੋਪਰ ਪਲੇਸ। ਦਾਲਸ ਐਂਡ ਪਲਸਿਸ ਦੇਖੋਗੇ ਤੁਸੀਂ, ਦਾਲਾਂ ਦੇ ਡੱਬੇ ਅਲੱਗ ਕੀਤੇ ਹੋਣਗੇ। ਤੁਸੀਂ ਆਪਣੇ ਪੇਰੈਂਟਸ ਨੂੰ ਰਾਸ਼ਨ ਲਿਆਂਦੇ ਦੇਖਿਆ ਹੋਏਗਾ, ਉਹਦੇ 'ਚ ਕਾਫੀ ਚੀਜ਼ਾਂ ਹੁੰਦੀਆਂ, ਤਾਂ ਜਦੋਂ ਦਾਲਸ ਔਰ ਉਹ ਸੈਪਰੇਟ ਕਰਦੇ ਆ ਤਾਂ ਉਹ ਕਿੱਥੇ ਰੱਖਦੇ ਆ? ਓਬਵੀਅਸਲੀ ਕਿਚਨ ਦੇ ਵਿੱਚ ਜਿਹੜੇ ਉਹਨਾਂ ਨੇ ਬਾਕਸਿਸ ਬਣਾਏ ਹੋਏ ਆ ਜਾਂ ਕੰਟੇਨਰਸ ਹੈ ਦਾਲਾਂ ਵਾਲੇ, ਉਹ ਦਾਲਾਂ ਉਹਦੇ ਵਿੱਚ ਪਾਉਂਦੇ ਆ। ਜੋ ਤੁਹਾਡੀ ਫਰੈਸ਼ ਵੈਜੀਟੇਬਲਸ ਆਉਂਦੀਆਂ ਉਹਨਾਂ ਨੂੰ ਤੁਸੀਂ ਸੌਰਟ ਕਰਕੇ ਤੇ ਫਿਰ ਫ੍ਰਿਜ ਵਿੱਚ ਰੱਖਦੇ ਹੋ। ਤਾਂ ਐਵਰੀ ਚੀਜ਼ ਲਈ, ਐਵਰੀਥਿੰਗ ਲਈ ਇੱਕ ਪ੍ਰੋਪਰ ਪਲੇਸ ਹੈ। ਇਸੇ ਤਰ੍ਹਾਂ ਹੀ ਜਦੋਂ ਤੁਸੀਂ ਵਰਕ ਕਰਨ ਦੇਖਦੇ ਹੋ ਕਿ ਜਿਹੜੀ ਵਾਸ਼ਿੰਗ ਹੈ ਉਹਦੇ ਮਟੀਰੀਅਲ, ਸੋਪ ਹੈ, ਡਿਟਰਜੈਂਟਸ ਹੈ, ਉਹ ਤੁਸੀਂ ਖਾਣ ਵਾਲੀ ਚੀਜ਼ਾਂ ਦੇ ਨਾਲ ਨਹੀਂ ਰੱਖ ਸਕਦੇ। ਬਿਸਕਿਟਸ, ਮੈਗੀ ਤੁਸੀਂ ਇੱਕ ਅਲੱਗ ਜਗ੍ਹਾ ਤੇ ਰੱਖੋਗੇ। ਹੁਣ ਇਹ ਬੇਟਾ ਕਿਸ ਚੀਜ਼ ਤੇ ਡਿਪੈਂਡੈਂਟ ਹੈ ਕਿ ਖਾਣ ਵਾਲੀਆਂ ਚੀਜ਼ਾਂ ਹੈ ਤਾਂ ਉਹ ਇੱਕ ਜਗ੍ਹਾ ਤੇ ਸੌਰਟ ਹੋਣਗੀਆਂ, ਜਿਹੜੀ ਪਹਿਨਣ ਵਾਲੀਆਂ ਹੈ ਤੁਹਾਡੇ ਕਬੋਰਡ ਦੇ ਵਿੱਚ ਤੁਹਾਡੇ ਕੱਪੜੇ ਹੈ ਉਹ ਇੱਕ ਅਲੱਗ ਜਗ੍ਹਾ ਤੇ ਸੌਰਟ ਹੋਣਗੀਆਂ, ਤੁਹਾਡੇ ਸ਼ੂਜ਼ ਹੈ ਉਹ ਸ਼ੂ ਬਾਕਸ ਦੇ ਵਿੱਚ ਜਾਂ ਸ਼ੂ ਰੈਕ ਵਿੱਚ ਜਾਣਗੇ। ਤਾਂ ਇਸ ਕਰਕੇ ਬੇਸਡ ਔਨ देयर ਨੀਡਸ ਚੀਜ਼ਾਂ ਅਲੱਗ-ਅਲੱਗ ਰੱਖੀਆਂ ਜਾਂਦੀਆਂ ਹੈ। ਤਾਂ ਇਹ ਸਾਰਾ ਗਰੁੱਪਿੰਗ ਕਿਉਂ ਕੀਤੀ ਜਾਂਦੀ ਹੈ? ਬਿਕਾਜ਼ ਇਟ ਮੇਕਸ ਦਾ ਟਾਸਕ ਈਜ਼ੀ ਐਂਡ ਸਿੰਪਲੀਫਾਈਡ। ਸਿੰਪਲ ਵੇ ਨਾਲ ਹੈ, ਤੁਹਾਨੂੰ ਜਲਦਬਾਜ਼ੀ ਦੇ ਵਿੱਚ ਕੁਝ ਨਹੀਂ ਕਰਨਾ ਪਏਗਾ। ਜਦੋਂ ਤੁਹਾਨੂੰ ਚੀਜ਼ਾਂ ਉੱਥੋਂ ਚੁੱਕਣੀਆਂ ਹੈ ਤਾਂ ਤੁਸੀਂ ਦੇਖੋਗੇ ਕਿ ਬਹੁਤ ਹੀ ਆਰਾਮ ਦੇ ਨਾਲ ਤੁਸੀਂ ਉੱਥੋਂ ਚੀਜ਼ ਪਿਕ ਕਰ ਲੋਗੇ, ਅਗਰ ਤੁਸੀਂ ਉੱਥੇ ਰੱਖੀ ਹੋਏਗੀ ਪ੍ਰੋਪਰ ਪਲੇਸ ਤੇ। ਔਰ ਤੁਹਾਨੂੰ ਗਰੁੱਪਿੰਗਸ ਦੇ ਵਿੱਚ ਹੀ ਇਸ ਕਰਕੇ ਫਾਇਦਾ ਹੁੰਦਾ ਹੈ ਕਿ ਸੇਮ ਦਿਖਣ ਵਾਲੀਆਂ ਚੀਜ਼ਾਂ ਜਾਂ ਸੇਮ ਯੂਜ਼ ਵਾਲੀਆਂ ਚੀਜ਼ਾਂ ਅਸੀਂ ਗਰੁੱਪ ਵਿੱਚ ਕਰ ਦਿੰਦੇ ਹਾਂ। ਜਿਵੇਂ ਤੁਸੀਂ ਸ਼ੌਪ ਤੇ ਜਾਂਦੇ ਹੋ ਤਾਂ ਕਿੰਨੀਆਂ ਚੀਜ਼ਾਂ ਮੰਗਦੇ ਹੋ? ਪੈਨਸਿਲ ਦੇ ਦਿਓ, ਰਬੜ ਦੇ ਦਿਓ, ਦਾਲ ਦੇ ਦਿਓ, ਠੀਕ ਹੈ। ਤਾਂ ਜਿਹੜਾ ਤੁਸੀਂ ਸ਼ੌਪਕੀਪਰ ਦੇਖਿਆ ਹੈ ਕਿੰਨੀ ਜਲਦੀ ਤੁਹਾਨੂੰ ਫਟਾਫਟ ਉਹ ਸਾਰਾ ਕਾਊਂਟਰ ਤੇ ਲਿਆ ਕੇ ਰੱਖਦੇ ਨੇ। ਇਸ ਕਰਕੇ ਹੀ ਰੱਖਦੇ ਨੇ ਕਿਉਂਕਿ ਉਹਨਾਂ ਨੇ ਪ੍ਰੋਪਰ ਜਗ੍ਹਾ ਤੇ ਰੱਖੀ ਹੁੰਦੀਆਂ, ਸ਼ੈਲਫਸ ਤੇ ਰੱਖੀ ਹੁੰਦੀਆਂ, ਉਹਨਾਂ ਤੇ ਅੱਗੇ ਸਲਿੱਪਸ ਵੀ ਲਗਾਈਆਂ ਹੁੰਦੀਆਂ। ਉਹਨੂੰ ਪਤਾ ਹੁੰਦਾ ਹੈ ਕਿ ਮੈਂ ਇਹ ਚੀਜ਼ ਕਿੱਥੇ ਰੱਖੀ ਹੈ। ਰੈਂਡਮਲੀ ਸੁੱਟੀਆਂ ਨਹੀਂ ਹੁੰਦੀਆਂ ਚੀਜ਼ਾਂ ਕਿ ਦਾਲ ਇੱਥੇ ਸੁੱਟਤੀਆਂ। ਅਗਰ ਦਾਲ ਦਾ ਰੈਕ ਹੋਏਗਾ ਉੱਥੋਂ ਤੁਹਾਨੂੰ ਉਹ ਦਾਲ ਦੇ ਦੇਣਗੇ। ਅਗਰ ਤੁਸੀਂ ਪੈਨਸਿਲ, ਰਬੜ ਮੰਗ ਰਹੇ ਹੋ, ਸਟੇਸ਼ਨਰੀ ਵਾਲਾ ਜਿਹੜਾ ਕਾਲਮ ਉਹਨਾਂ ਨੇ ਬਾਕਸ ਬਣਾਇਆ ਹੋਏਗਾ ਸ਼ੌਪਕੀਪਰ ਨੇ, ਤਾਂ ਉੱਥੋਂ ਦੇ ਦੇਣਗੇ। ਤਾਂ ਟੂ ਮੇਕ ਦਾ ਟਾਸਕ ਈਜ਼ੀ, ਸਿੰਪਲ, ਕੁਇਕਲੀ ਇਹ ਚੀਜ਼ਾਂ ਸੌਰਟਿੰਗ ਅਸੀਂ ਕਰਦੇ ਹਾਂ ਇਨਟੂ ਗਰੁੱਪਸ। ਨਾਓ let's start the chapter. Objects around us. We have seen that our food and clothes have so much variety in them. Not just food and clothes, there is such a vast variety of objects everywhere. We see around us a chair, a bullock cart, a cycle, cooking utensils, books,
clothes, toys, whatever, water, stones, and many other objects. All these objects have different shapes, colors, and uses. ਤਾਂ ਸਾਡੇ ਆਲੇ ਦੁਆਲੇ ਅਸੀਂ ਦੇਖ ਰਹੇ ਹਾਂ ਕਿ ਚੇਅਰ ਪਈ ਹੈ, that is made up of wooden material। ਦੇਖਦੇ ਹਾਂ ਕਿ ਮਟੀਰੀਅਲ ਕੀ ਹੈ। ਮਟੀਰੀਅਲ ਉਹ ਜਿਹਦੇ ਕੋਈ ਚੀਜ਼ ਬਣੀ ਹੋਵੇ, ਐਂਡ ਆਬਜੈਕਟ ਉਹ ਜੋ ਤੁਸੀਂ ਚੀਜ਼ ਦੇਖ ਰਹੇ ਹੋ। ਆਪਣੇ ਆਲੇ ਦੁਆਲੇ ਦੇਖੋ, ਤੁਹਾਡੇ ਬੈਡਰੂਮ ਦੇ ਵਿੱਚ ਚੇਅਰ ਟੇਬਲ ਪਿਆ ਹੋਏਗਾ, ਬੈੱਡ ਹੈਗਾ, all are made up of wood। ਸੋ ਇਹ ਇੱਕ ਕੈਟੇਗਰੀ ਬੇਟਾ ਵਿੱਚ ਫਾਲ ਕਰਦਾ ਹੈ। ਤਾਂ ਜੋ wood ਹੈ, that is the material of which that object is made। ਤਾਂ ਇਸ objects ਕਿਹੜੇ ਹੋਣਗੇ? ਚੇਅਰ, ਟੇਬਲ, ਡੋਰ, ਬੈਡ, सोफा, ये सारे वुडन है, इस करके ऑब्जेक्ट ए है। और वुड की है द मटीरियल ऑफ विच इट इज मेड। सिमिलरली अगर अगर तुसी बाथरूम दे विच देखो, बकेट्स, मग्स, होर किन्नियां चीज़ां जिहड़ियां हैं वो दे आर मेड अप ऑफ प्लास्टिक। ਤਾਂ ਇਹ ਪਲਾਸਟਿਕ ਜੋ ਹੈ that is the material, and जो bucket है that is the object। mug, it is an object। ਤਾਂ object ਜਿਹੜਾ ਹੈ ਉਹ ਚੀਜ਼ਾਂ ਦੇ ਨਾਮ ਹੈ, ਔਰ ਜੋ ਮਟੀਰੀਅਲ ਹੈ ਜਿਸ ਚੀਜ਼ ਦਾ ਉਹ ਬਣਿਆ ਹੋਇਆ ਹੈ। ਤਾਂ ਇਹ ਸਾਰੀ ਤੁਸੀਂ ਚੀਜ਼ਾਂ ਆਪਣੇ ਆਲੇ ਦੁਆਲੇ ਦੇਖ ਰਹੇ ਹੋ। ਕੁਕਿੰਗ ਯੂਟੈਂਸਿਲਸ, ਬੁੱਕਸ ਹੈ, ਬੁੱਕਸ ਦੇ ਆਰ ਮੇਡ ਅਪ ਆਫ ਪੇਪਰ, ਦੈਨ ਕਲੋਥਸ ਹੈ, ਟॉयज, ਵਾਟਰ stones and many other objects। ਇਹ ਤੁਹਾਡੇ ਆਲੇ ਦੁਆਲੇ ਹੈ। look around and identify objects that are round in shape। ਤਾਂ ਹੁਣ ਅਸੀਂ ਉਹ ਗਰੁੱਪ ਜਿਹੜੀ ਬਣਾ ਰਹੇ ਹਾਂ ਉਹਦੇ ਵਿੱਚ ਉਹਨਾਂ ਨੇ ਕੀ ਕਿਹਾ ਹੈ ਕਿ ਰਾਊਂਡ ਸ਼ੇਪ ਦੇ ਵਿੱਚ ਤੁਸੀਂ ਆਪਣੇ ਆਲੇ ਦੁਆਲੇ ਕਿਹੜੀ ਚੀਜ਼ਾਂ ਦੇਖ ਰਹੇ ਹੋ। ਰਾਊਂਡ ਵਿੱਚ ਤੁਹਾਡੀ ਬਾਲ ਹੋ ਸਕਦੀ ਹੈ, ਕ੍ਰਿਕਟ ਬਾਲ ਜਿਹਦੇ ਨਾਲ ਤੁਸੀਂ ਖੇਲਦੇ ਹੋ। ਤੁਸੀਂ ਅਗਰ ਫਰੂਟ ਖਾ ਰਹੇ ਹੋ ਤਾਂ ਉਹ ਫਰੂਟ ਵੀ ਕੋਈ ਰਾਊਂਡ ਹੋ ਸਕਦਾ ਹੈ। ऑरेंज ਹੈ, ਠੀਕ ਹੈ, ਇਹ ਰਾਊਂਡ ਹੈ। ਉਸ ਤੋਂ ਬਾਅਦ ਵੈਜੀਟੇਬਲਸ ਹੈ, ਟੋਮੈਟੋਜ਼ ਹੈ, ਕਈ ਚੀਜ਼ਾਂ ਤੁਸੀਂ ਰਾਊਂਡ ਦੇਖ ਰਹੇ ਹੋ। ਮਾਰਬਲਸ ਹੈ, ਬੰਟੇ ਜਿਹਨਾਂ ਨੂੰ ਕਹਿੰਦੇ ਆ, ਉਹ ਖੇਲ ਰਹੇ ਹੋ, ਉਹ ਵੀ ਰਾਊਂਡ ਹੈ। ਤਾਂ ਮੈਨੀ ਥਿੰਗਸ ਆਰ ਰਾਊਂਡ ਇਨ ਸ਼ੇਪ। ਕਲੌਕ ਹੈ, ਉਹ ਹੋ ਸਕਦੀ ਹੈ, ਕਲੌਕ ਤੁਹਾਡੇ ਰੂਮ ਦੇ ਵਿੱਚ ਜਿਹੜੀ ਲੱਗੀ ਹੋਈ ਹੈ, that is round in shape। ਮੰਮਾ ਰੋਟੀ ਬਣਾ ਰਹੇ ਹੈ, that is round in shape। ਠੀਕ ਹੈ, ਰਾਊਂਡ ਸ਼ੇਪ ਦੇ ਬੇਸ ਤੇ ਅਗਰ ਹੁਣ ਇਹ ਗਰੁੱਪਿੰਗ ਅਸੀਂ ਰਾਊਂਡ ਸ਼ੇਪ ਤੇ ਕਰਨੀ ਹੈ ਤਾਂ ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਕਿਹਾ ਹੈ ਕਿ ਜਿਸ ਤਰ੍ਹਾਂ ਗਰੁੱਪਿੰਗਸ ਹੈ, ਇਟ ਕੈਨ ਬੀ ਡਨ ਇਨ ਵੇਰੀਅਸ ਵੇਜ਼। ਇਟ ਕੈਨ ਬੀ ਡਨ ਔਨ ਅਪੀਅਰੈਂਸ, ਇਟ ਕੈਨ ਬੀ ਡਨ ਔਨ ਦ ਮਟੀਰੀਅਲ of which the things are made, it can be done on the based on the shapes or uses। ਤਾਂ ਅਗਰ ਸ਼ੇਪ ਦੇ ਆਧਾਰ ਤੇ ਦੇਖ ਰਹੇ ਹਾਂ ਤਾਂ ਅਸੀਂ ਰਾਊਂਡ ਸ਼ੇਪ ਚੱਕੀ ਹੈ। ਤਾਂ ਰਾਊਂਡ ਸ਼ੇਪ ਚ ਕੀ ਲਿਖਿਆ ਹੋਇਆ ਹੈ? include rubber ball, football, and a glass marble। if we include objects that are nearly round, our list could also include objects like apples, oranges, and earthen picture। ਘੜਾ ਜਿਹੜਾ ਹੁੰਦਾ that is also round। ਸੋ ਸਪੋਜ਼ ਆ ਦੇਖੋ ਤੁਸੀਂ ਇਹਦੇ ਵਿੱਚ ਪਿਕਚਰ ਦਿੱਤੀ ਹੋਈ ਹੈ, ਸੋ ਮੈਨੀ ਥਿੰਗਸ ਆਰ ਦੇਅਰ। ਇਹਦੇ ਚ ਅਗਰ ਅਸੀਂ ਰਾਊਂਡ ਦੇਖਣੀਆਂ ਹੋਏ ਤਾਂ ਦਿਸ ਇਜ਼ ਦ CD ਵਿਚ ਇਜ਼ ਰਾਊਂਡ, ਦਿਸ ਇਜ਼ ਆਲਸੋ ਰਾਊਂਡ। ਸੋ ਆਬਜੈਕਟਸ ਅਰਾਊਂਡ ਅਸ, ਤੁਸੀਂ ਆਪਣੇ ਆਲੇ ਦੁਆਲੇ ਦੇ ਆਬਜੈਕਟਸ ਨੂੰ ਦੇਖ ਕੇ ਉਹਨਾਂ ਨੂੰ ਕਲਾਸੀਫਾਈ ਕਰਨਾ ਹੈ ਕਿ ਕਿਹੜੇ ਆਬਜੈਕਟ ਦੀ ਸ਼ੇਪ ਕਿਸ ਤਰ੍ਹਾਂ ਦੀ ਹੈ। So we might also find that some of these round shaped objects are just listed, are also in the group। all objects around us are made of one or more materials। these materials may be, ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਕਿ materials ਉਹ ਜਿਸ substance ਦੀ ਕੋਈ ਚੀਜ਼ ਬਣੀ ਹੋਈ ਹੈ। ਗਲਾਸ ਹੋ ਸਕਦਾ ਹੈ, ਗਲਾਸ ਕਿਹੜਾ ਹੈ? ਜਿਵੇਂ ਵਿੰਡੋ ਪੇਨਸ ਹੈ, ਕੱਚ ਜਿਹੜਾ ਹੈ ਉਹ ਸ਼ੀਸ਼ਿਆਂ ਦੇ ਵਿੱਚ ਯੂਜ਼ ਹੁੰਦਾ ਹੈ, ਵਿੰਡੋਜ਼ ਦੇ ਵਿੱਚ। ਹੋਰ ਗਲਾਸ ਦੀ ਬਹੁਤ ਸਾਰੀਆਂ ਚੀਜ਼ਾਂ, ਗਲਾਸ ਦੇ ਟੇਬਲ ਟੌਪ ਬਣੇ ਹੁੰਦੇ ਆ, ਗਲਾਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ। ਇਸੇ ਤਰ੍ਹਾਂ ਹੀ ਮੈਟਲ ਹੈ, ਮੈਟਲ ਦੇ ਯੂਟੈਂਸਿਲਸ ਤੁਸੀਂ ਭਾਂਡੇ ਦੇਖੇ ਹੋਣਗੇ, ਬਰਤਨ ਕਿਚਨ ਦੇ ਵਿੱਚ। ਡੋਰਸ ਵੀ ਹੋ ਸਕਦੇ ਆ ਮੈਟਲਸ ਦੇ, ਗ੍ਰਿਲਸ ਹੁੰਦੀਆਂ, ਲੈਡਰ ਹੈ, everything that it is made up of metal। then plastic mugs, buckets, toys, water bottles, ਇਹ ਸਾਰੀਆਂ ਪਲਾਸਟਿਕ ਦੀਆਂ ਬਣੀਆਂ ਹੋਈਆਂ। wood ਹੈ ਲੱਕੜੀ, ਤਾਂ ਲੱਕੜੀ ਜਿਹੜੀ ਹੈ ਉਹਦੇ ਵਿੱਚ ਚੇਅਰ, ਟੇਬਲ, ਬੈਡ, ਸੋਫਾ, ਡਾਈਨਿੰਗ ਟੇਬਲ, doors, windows, carpenter जो बनाते हैं, that is they are all of these are made up of wood। तो wood। then cotton ਦੇ ਕੱਪੜੇ ਹੁੰਦੇ ਆ, cotton is used in many things। ਤਾਂ cotton ਦਾ ਇਹ ਹੋ ਗਿਆ। then paper, ਕਾਗਜ਼ ਦੇ books ਹੈ, copies ਤੁਹਾਡੀਆਂ ਬਣੀਆਂ ਹੋਈਆਂ ਪੇਪਰ ਦੀਆਂ। mud ਯਾਨੀ ਮਿੱਟੀ ਦੇ ਬਰਤਨ ਦੇਖ ਸਕਦੇ ਹੋ, ਮਿੱਟੀ ਦੀਆਂ ਚੀਜ਼ਾਂ, ਮਿੱਟੀ ਦੇ ਘੜੇ, ਇਹ ਸਾਰੀ soil। ਸੋ ਇਹ ਸਾਰੇ ਜਿਹੜੇ ਹੈ glass, metal, plastics, wood, cotton, paper, mud or soil, ਇਹ ਬੱਚੇ ਸਾਰੇ these are the materials of which various things are made। so here there is an activity, let us collect as many objects as possible from around us। ਆਪਣੇ ਆਲੇ ਦੁਆਲੇ ਤੋਂ ਚੀਜ਼ਾਂ ਕਲੈਕਟ ਕਰਨੀਆਂ। ਉਸ ਤੋਂ ਬਾਅਦ we can collect some objects from the classroom ਤੋਂ ਵੀ ਕਰ ਸਕਦੇ ਹੋ, or outside the schools।
ਹੁਣ ਕਲੈਕਸ਼ਨ ਦੇ ਵਿੱਚ ਕੀ ਹੈ? ਚੌਕ, ਪੈਨਸਿਲ, ਨੋਟਬੁੱਕ, ਰਬਰ, ਡਸਟਰ, a hammer, ਹਥੌੜਾ, then nail, soap, spoke of a wheel, bat। ਤਾਂ ਇਹ ਸਾਰੀਆਂ ਚੀਜ਼ਾਂ ਨੂੰ match box ਹੈ, salt, potato। We can also list objects that we can think of but cannot bring to the classroom, for example walls, trees, doors, tractor, road। ਤਾਂ ਇਹਨਾਂ ਸਾਰਿਆਂ ਨੂੰ ਤੁਸੀਂ separate ਕਰਨਾ ਹੈ depending upon the ਕਿਸ group ਦੇ ਵਿੱਚ ਤੁਸੀਂ ਇਹਨੂੰ ਪਾਓਗੇ। Separate all objects from this collection that are made from paper or wood। ਜੋ paper ਤੋਂ ਬਣੇ हैं ਉਹਨਾਂ ਨੂੰ paper ਵਾਲੀ collection 'ਚ ਪਾ ਦੋਗੇ, ਜੋ wood ਦੇ ਬਣੇ ਆ ਉਹਨਾਂ ਨੂੰ wood ਵਾਲੇ 'ਚ ਪਾ ਦੋਗੇ, plastic ਵਾਲੇ plastic ਦੇ 'ਚ ਪਾ ਦੋਗੇ। ਤਾਂ ਇਸ ਤਰ੍ਹਾਂ ਤੁਸੀਂ ਇਸ ਨੂੰ separate ਕਰਨਾ। One group has the objects that are made from paper or wood while other group has the objects that are made up of these materials। ਇਸ ਕਰਕੇ depending upon the type of material ਤੁਸੀਂ ਉਸ ਨੂੰ separate ਕਰ ਸਕਦੇ ਹੋ। ਜੋ ਖਾਣਾ ਬਣਾਉਣ ਵਾਸਤੇ ਜਿਵੇਂ ਕਿ salt ਹੈ, potato ਹੈ, ਉਹਨਾਂ ਨੂੰ ਤੁਸੀਂ preparing food ਵਾਲੇ column group ਦੇ ਵਿੱਚ ਪਾ ਦੋਗੇ। Then let us be a little more systematic। Try to identify the materials that each one is made of। It would be fun to make this a large table collecting information about as many objects as possible। ਇਹ ਬੱਚੇ activity ਹੈ ਤੁਹਾਡੀ, ਜਿਸ ਤਰ੍ਹਾਂ ਕਿ ਇਹ objects and materials they are made up of। ਜਿਵੇਂ ਆ plate ਹੈ, ਥਾਲੀ ਕਾਹਦੀ ਬਣੀ ਹੋ ਸਕਦੀ ਹੈ? materials steel ਦੀ ਵੀ ਹੁੰਦੀ ਹੈ ਥਾਲੀ, glass ਦੀ ਵੀ ਹੁੰਦੀ ਹੈ, plastic ਦੀ ਥਾਲੀ ਵੀ ਹੁੰਦੀ ਹੈ। then pen plastic ਦਾ ਹੋ ਸਕਦਾ ਹੈ, metal ਦਾ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਤੁਸੀਂ sort ਕਰ ਸਕਦੇ ਹੋ। then there is activity 2। ਇਸ ਦੇ ਵਿੱਚ ਵੀ ਇੱਕ column ਬਣਿਆ ਹੈ different types of objects are made from the same material। ਤਾਂ ਇਹ materials ਦਿੱਤੇ ਹੋਏ ਆ ਜਿਸ ਤੋਂ ਇੱਕ ਹੀ ਚੀਜ਼ ਕਈ materials ਦੀ ਬਣੀ ਹੋ ਸਕਦੀ ਹੈ। ਜਿਵੇਂ wood ਹੈ, wood ਦਾ ਹੁਣ ਇਹ ਦਿੱਤਾ ਹੋਇਆ objects ਕਿਹੜੇ ਬਣਦੇ ਆ ਇਹਦੇ? chair, table, plow, ਹਲ ਜਿਹਨੂੰ ਕਹਿੰਦੇ ਆ, bullock cart and its wheels ਹੁੰਦੇ ਆ ਜਿਹੜੇ ਕਾਰਟ ਦੇ, ਉਹ ਵੀ ਬਣੇ ਹੁੰਦੇ ਆ wood ਦੇ। then paper, books, notebooks, newspaper, toys, calendars, ਇਹ ਸਾਰੇ ਪੇਪਰ ਦੇ ਬਣੇ ਹੋਏ ਆ। ਲੈਦਰ ਦੇ ਪਰਸਿਸ ਹੋ ਸਕਦੇ ਆ, ਸ਼ੂਜ਼ ਹੋ ਸਕਦੇ ਆ, ਜੈਕਟ ਹੈ, ਇਹ ਤੁਸੀਂ ਲਿਖੋਗੇ ਇੱਥੇ। ਪਲਾਸਟਿਕ ਦੇ ਅਗੇਨ ਬਕਟ, ਮਗ, ਬੋਟਲਸ ਲਿਖੋਗੇ। ਕਾਟਨ ਦੇ ਕਲੋਥਸ ਲਿਖੋਗੇ। ਤਾਂ what do you find from these tables? First, we grouped objects in many different ways। We then found the objects around us are made of different materials। ਫਿਰ ਅਸੀਂ ਦੇਖਿਆ ਕਿ ਇਹ ਤਾਂ different materials ਦੇ ਬਣੇ ਹੋਏ ਆ। ਤਾਂ based on the materials ਦੇ base ਤੇ ਅਸੀਂ ਇਹਨਾਂ ਨੂੰ separate ਕਰ ਦਿੱਤਾ। An object could also be made of many materials and then again one material could be used for making many different objects। ਇੱਕ material ਦੇ ਬਹੁਤ ਸਾਰੇ objects ਬਣਾਏ ਜਾ ਸਕਦੇ ਹਨ। ਜਿਵੇਂ ਲੱਕੜੀ ਹੈ, ਲੱਕੜੀ ਤੋਂ ਚੇਅਰ, ਟੇਬਲ, ਸੋਫਾ, ਬੈੱਡ ਬਣਾਇਆ ਜਾ ਸਕਦਾ ਹੈ। ਸੋ ਇੱਕ ਮਟੀਰੀਅਲ ਤੋਂ ਬਹੁਤ ਸਾਰੀ ਆਬਜੈਕਟਸ ਹੈ। ਜਿਵੇਂ ਆਬਜੈਕਟ ਪਲੇਟ ਹੈ, ਥਾਲੀ ਸਟੀਲ ਦੀ ਹੈ, ਗਲਾਸ ਦੀ, ਕੱਚ ਦੀ ਵੀ ਹੋ ਸਕਦੀ ਹੈ, ਪਲਾਸਟਿਕ ਦੀ ਥਾਲੀਆਂ ਵੀ ਹੋ ਸਕਦੀਆਂ। ਸੋ ਇਹ different object could also be made of many materials and then again one material could also be used for making many different objects। What decides which material should be used for making any given object? It seems that we need to know more about different materials। ਇਹ ਕੀ ਡਿਸਾਈਡ ਕਰਦਾ ਹੈ, ਕਿਹੜਾ ਡਿਸਾਈਡਿੰਗ ਫੈਕਟਰ ਹੈ ਕਿ ਕਿਹੜਾ ਆਬਜੈਕਟ ਕਿਸ ਮਟੀਰੀਅਲ ਦਾ ਬਣਿਆ ਹੋਣਾ ਚਾਹੀਦਾ ਹੈ? ਇਹ ਡਿਪੈਂਡ ਕਰਦਾ ਹੈ ਪ੍ਰੋਪਰਟੀਜ਼ ਆਫ ਮਟੀਰੀਅਲਸ ਤੇ। ਜਿਵੇਂ ਅਗਰ ਤੁਸੀਂ ਬੱਚੇ ਪਾਣੀ ਪੀਣਾ ਚਾਹੁੰਦੇ ਹੋ ਤਾਂ ਦੇਖੋ ਇਸ ਦੇ ਵਿੱਚ ਫਿਗਰ 4.2 ਸੀ ਦਿਸ ਪਿਕਚਰ। ਇਸ ਦੇ ਵਿੱਚ ਪਾਣੀ ਤੁਸੀਂ ਗਲਾਸ ਟੰਬਲਰ ਜਾਂ ਗਲਾਸ ਦੇ ਵਿੱਚ ਹੀ ਪੀ ਸਕਦੇ ਹੋ, ਨਾ ਕਿ ਕਲੋਥ ਦੇ ਵਿੱਚ। ਅਗਰ ਤੁਸੀਂ ਕਹੋ ਕਿ ਕਲੋਥ ਦੇ ਵਿੱਚ ਤੁਸੀਂ ਪਾਣੀ ਪਾ ਕੇ ਤੇ ਤੁਸੀਂ ਪੀ ਲੋਗੇ, ਯੂ ਕਾਂਟ, ਕਿਉਂਕਿ ਪਾਣੀ ਗਿਰ ਜਾਏਗਾ, ਪਾਣੀ ਲੀਕ ਹੋ ਜਾਏਗਾ ਬਿਕੋਜ਼ देयर ਆਰ pores in this cloth। ਕੱਪੜਾ ਜਿਹੜਾ ਹੈ ਉਸ ਦੇ ਵਿੱਚ ਛੋਟੇ ਛੋਟੇ ਛੇਦ ਹੁੰਦੇ ਆ, ਤਾਂ ਪਾਣੀ ਉਹਦੇ ਵਿੱਚੋਂ ਇਟ ਵਿਲ fall off, ਤਾਂ ਤੁਸੀਂ ਨਹੀਂ ਪੀ ਪਾਓਗੇ। ਸੋ ਪਾਣੀ ਪੀਣ ਵਾਸਤੇ ਤੁਹਾਨੂੰ ਸੋਲਿਡ ਮਟੀਰੀਅਲ ਦਾ ਗਲਾਸ ਚਾਹੀਦਾ, ਚਾਹੇ ਉਹ ਗਲਾਸ ਜਿਹੜਾ ਹੈ ਉਹ ਗਲਾਸ ਦਾ ਬਣਿਆ ਹੋਵੇ ਜਾਂ ਗਲਾਸ ਜਾਂ ਟੰਬਲਰ ਜਿਹੜਾ ਤੁਹਾਡਾ ਹੈ ਉਹ ਸਟੀਲ ਦਾ ਬਣਿਆ ਹੋਵੇ, ਤਾਂ ਕਿ ਸੋਲਿਡ ਮਟੀਰੀਅਲ ਦਾ ਬਣਿਆ ਹੋਣਾ ਚਾਹੀਦਾ, ਤਾਂ ਹੀ ਤੁਸੀਂ ਪਾਣੀ ਪੀ ਪਾਓਗੇ। ਤਿੰਨ ਤਰ੍ਹਾਂ ਦੇ ਮਟੀਰੀਅਲਸ ਹੈਗੇ ਆ, ਸੋਲਿਡ, ਲਿਕੁਇਡ ਐਂਡ ਗੈਸ। ਸੋ this is here for drinking water you need the tumbler made up of a solid material such as steel or glass, and cloth jada hai that is kapda, it has holes in it so it is not suitable for it। and similarly cooking vessels jadiyan hai, bartan use ਕਰਦੇ ਆ ਉਹ ਵੀ ਸਾਨੂੰ solid ਚਾਹੀਦੇ ਆ and metals ਦੇ ਚਾਹੀਦੇ ਆ, ਉਹ ਪੇਪਰ ਦੇ ਨਹੀਂ ਹੋ ਸਕਦੇ। ਅਗਰ ਪੇਪਰ ਦੇ ਬਣਾਓਗੇ ਬਰਤਨ ਤਾਂ ਪੇਪਰ ਤਾਂ it will burn, ਖਾਣਾ ਨਹੀਂ ਬਣੇਗਾ ਉਸ ਦੇ ਵਿੱਚ। ਇਸ ਕਰਕੇ ਇਹ ਡਿਪੈਂਡ ਕਰਦਾ ਹੈ upon the properties of materials, ਮਟੀਰੀਅਲ ਦੀ ਕੀ ਪ੍ਰੋਪਰਟੀ ਹੈ।
ਤਾਂ ਇਸ ਦੇ ਵਿੱਚ ਇਹ ਦੱਸਿਆ ਗਿਆ ਇਸ ਐਕਟੀਵਿਟੀ ਵਿੱਚ ਵੀ ਸੀ ਦੈਨ ਵੀ ਚੂਜ਼ ਅ ਮਟੀਰੀਅਲ ਟੂ ਮੇਕ ਐਨ ਆਬਜੈਕਟ ਡਿਪੈਂਡਿੰਗ ਔਨ ਇਟਸ ਪ੍ਰੋਪਰਟੀਜ਼ ਅਸੀਂ ਉਹ ਮਟੀਰੀਅਲ ਹੀ ਕਿਸੇ ਨਾ ਕਿਸੇ ਜੋ ਵੀ ਆਬਜੈਕਟ ਬਣਾਉਣਾ ਹੈ ਤਾਂ ਮਟੀਰੀਅਲ ਅਸੀਂ ਚੂਜ਼ ਕਰਦੇ ਹਾਂ ਉਸ ਦੀ ਪ੍ਰੋਪਰਟੀ ਨੂੰ ਦੇਖਦਿਆਂ ਹੋਇਆਂ ਐਂਡ ਦਾ ਪਰਪਸ ਫॉर ਵਿਚ ਦਾ ਆਬਜੈਕਟ ਇਜ਼ ਟੂ ਬੀ ਯੂਜ਼ਡ ਕਿਹੜੇ ਪਰਪਸ ਲਈ ਕਿਸ ਕਾਰਨ ਲਈ ਉਹ ਆਬਜੈਕਟ ਜਿਹੜਾ ਹੈ ਯੂਜ਼ ਕੀਤਾ ਜਾ ਰਿਹਾ ਇਹ ਚੀਜ਼ ਵੀ ਅਸੀਂ ਦੇਖਦੇ ਹਾਂ ਕਿਸੇ ਚੀਜ਼ ਨੂੰ ਬਣਾਉਣ ਦੇ ਵਿੱਚ ਸੋ ਵਾਟ ਆਰ ਆਲ ਦਾ ਪ੍ਰੋਪਰਟੀਜ਼ ਆਫ ਮਟੀਰੀਅਲਸ that would be important their usage some properties are discussed ਕਿਹੜੀਆਂ properties we take into account while deciding a material ਕਿਸ ਤਰ੍ਹਾਂ ਦਾ ਬਣਿਆ ਹੋਣਾ ਚਾਹੀਦਾ ਹੈ ਤਾਂ which properties we take into account ਕਿਹੜੀ properties ਜਾਂ ਗੁਣਾਂ ਦਾ ਅਸੀਂ ਖਿਆਲ ਕਰਦੇ ਹਾਂ appearance is